ਜਿਹੜਾ ਬੈਕਗਰਾਉਂਡ ਚੈੱਕ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਆਪਣੀ ਰਿਫਿਊਜ਼ਲ ਜਿਹੜੀ ਹੈਗੀ ਆ ਉਹ ਆ ਜਾਂਦੀ ਹੈ ਕਰਦੀਆਂ। ਤੁਹਾਡੀ ਹੋਮ ਕੰਟਰੀ, ਤੁਹਾਡੀ ਨੈਸ਼ਨੈਲਿਟੀ ਜਿਸ ਕੰਟਰੀ ਨਾਲ ਆ ਉੱਥੋਂ ਦਾ ਅਲੱਗ ਤੁਹਾਡਾ ਸੀਨ ਫੰਡ ਜਿਹੜਾ ਸ਼ੋਅ ਕਰਨ ਦਾ ਤਰੀਕਾ ਹੁੰਦਾ। ਬਟ ਅਗਰ ਤੁਸੀਂ ਕਿਤੇ ਜੌਬ ਕਰਨ ਗਏ ਹੋ ਜਾਂ ਕਿਸੇ ਵਰਕ ਪਰਮਿਟ 'ਤੇ ਕਿਸੇ ਅਦਰ ਕੰਟਰੀ ਦੇ ਵਿੱਚੋਂ ਤਾਂ ਉਹਦੀ ਉਹ ਇੰਨਾ ਕੁ ਸਟਰੋਂਗ ਹੈਗਾ ਆਪਣੀ ਹੋਮ ਕੰਟਰੀ ਦੇ ਵਿੱਚ, ਜਾਂ ਉਹਦੀਆਂ ਟਾਈਜ਼ ਆਪਣੀ ਹੋਮ ਕੰਟਰੀ ਨਾਲ ਇੰਨੀਆਂ ਸਟਰੋਂਗ ਹੈਗੀਆਂ ਕਿ ਜਿਹਦੇ ਕਰਕੇ ਉਹ ਕੈਨੇਡਾ ਜਿਹੜਾ ਹੈਗਾ ਵਾਪਸ ਮੁੜ ਕੇ ਆਊਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਧਾਲੀਵਾਲ ਗਲੋਬਲ ਐਸਐਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੂਰਾ ਤੋਂ ਆਪਣੇ ਚੈਨਲ ਐਸ ਧਾਲੀਵਾਲ ਵਲੌਗਸ 'ਤੇ ਤੁਹਾਡਾ ਸਵਾਗਤ ਕਰਦਾ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਵੋਗੇ। ਜਿਵੇਂ ਟਾਈਮ ਨਿਕਲਦਾ ਜਾਂਦਾ ਹੈ ਨਾ, ਸਾਰੇ ਇਹ ਗੱਲ ਕਰਦੇ ਆ ਕਿ ਚਲੋ ਸਤੰਬਰ ਇਨਟੇਕ ਨਿਕਲ ਗਿਆ, ਸਪਾਊਸ ਦੇ ਜਿਹੜੇ ਵੀਜ਼ਾਸ ਹੈਗੇ ਆ ਉਹ ਫਾਸਟ ਹੋ ਜਾਣਗੇ। ਉਹ ਸਾਰਿਆਂ ਦੇ ਮਨ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਹਾਂ ਚਲੋ ਯਾਰ ਵੀ ਜਿੱਥੇ ਇੰਨਾ ਟਾਈਮ ਸਬਰ ਕਰ ਲਿਆ ਉੱਥੇ ਥੋੜ੍ਹਾ ਟਾਈਮ ਹੋਰ ਸਹੀ, ਹੁਣ ਕੋਈ 10 ਦਿਨ 15 ਦਿਨ ਹੋਰ ਸੀ, ਕਿਉਂਕਿ ਸਾਰੇ ਸਪਾਊਸ ਓਪਨ ਵਰਕ ਵਾਲੇ ਵੀਰਾਂ ਨੇ ਜਿਹੜੇ ਹੈਗੇ ਆ ਇਹ ਆਪਦੇ ਮਾਈਂਡ ਦੇ ਵਿੱਚ ਜਿਹੜੀ ਹੈਗੀ ਆ ਹੋਪ ਜਿਹੜੀ ਹੈਗੀ, ਉਮੀਦ ਜਿਹੜੀ ਹੈਗੀ ਆ ਉਹ ਵੱਝ ਕੇ ਰੱਖੀ ਵੀ ਆ। ਬੜਾ ਦੁੱਖ ਨਾ ਇੱਕ ਚੀਜ਼ ਤੋਂ ਹੁੰਦਾ ਯਾਰ, ਜਦੋਂ ਕਿਸੇ ਵੀਰਾਂ ਦੀ ਇਹ ਗੱਲ ਸੁਣਦੇ ਆ ਨਾ, ਅਗਲਾ ਫੋਨ ਕਰਕੇ ਇਹ ਗੱਲ ਕਹਿੰਦਾ ਜਾਂ ਆਪਣੇ ਨਾਲ, ਚਲੋ ਹਰੇਕ ਬੰਦੇ ਦਾ ਹੁੰਦਾ, ਉਹਨਾਂ ਨੇ ਦੁੱਖ ਦਰਦ ਆਪਣਾ ਸ਼ੇਅਰ ਕਰਦਾ, ਪਰ ਚੰਗੀ ਗੱਲ ਆ ਜੇ ਆਪਣੇ ਨਾਲ ਕਰਦਾ ਤਾਂ ਆਪਾਂ ਨੂੰ ਸੁਣ ਲੈਣਾ ਚਾਹੀਦਾ। ਕਿਉਂਕਿ ਅਗਰ ਆਪਾਂ ਕਿਸੇ ਦਾ ਸੁਣਾਂਗੇ ਤਾਂ ਦੈਟ ਮੀਨਸ ਯਾਰ ਕਿ ਕਹਿੰਦੇ ਹੁੰਦੇ ਨਾ ਵੀ ਦੁੱਖ ਵੰਡਿਆਂ ਘਟਦਾ ਅਤੇ ਸੁੱਖ ਵੰਡਿਆਂ ਜਿਹੜਾ ਹੁੰਦਾ ਦੂਣਾ ਹੁੰਦਾ। ਸੁੱਖ ਜਿਹੜਾ ਹੁੰਦਾ ਆਪਾਂ ਹਰੇਕ ਬੰਦੇ ਨਾਲ ਵੰਡ ਲੈਂਦੇ ਹਾਂ, ਬਟ ਦੁੱਖ ਜਿਹੜਾ ਆਪਾਂ ਵੰਡਣਾ ਹੁੰਦਾ ਉਹਦੇ ਵਾਸਤੇ ਆਪਣਾ ਮਨ ਜਿਹੜਾ ਗਵਾਹੀ ਭਰਦਾ, ਬਹੁਤ ਘੱਟ ਲੋਕਾਂ ਨਾਲ ਭਰਦਾ ਹੁੰਦਾ ਭਰਨ ਵਾਸਤੇ। ਬਹੁਤ ਸਾਰੇ ਵੀਰ ਆ ਜਿਹੜੇ ਹੈਗੇ ਆ ਗੱਲ ਕਰਦੇ ਆ ਕਿ ਕਹਿੰਦੇ ਭਾਜੀ ਕਿ ਰਿਸ਼ਤੇ ਖਰਾਬ ਹੋਈ ਜਾਂਦੇ ਯਾਰ, ਵੀ ਇੰਨਾ ਟਾਈਮ ਪਾ ਆਉਂਦਾ ਉਹ ਕਰ ਆਉਂਦੇ ਆ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਜਿਹੜੀ ਹੈਗੀ ਆ ਹੱਥ ਬੰਨ੍ਹ ਕੇ ਜਿਹੜੀ ਇਸ ਚੀਜ਼ ਦੀ ਬੇਨਤੀ ਹੈ ਕਿ ਯਾਰ ਦੇਖੋ ਕਿ ਹਸਬੈਂਡ ਵਾਈਫ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਕਿ ਠੀਕ ਹੈ ਆਪਾਂ ਨੂੰ ਆਪਣਾ ਵਿਆਹ ਹੋਇਆ, ਘਰ ਦੇ ਰਾਜੀ ਹੁੰਦੇ ਆ, ਸਾਰਾ ਕੁਝ ਹੁੰਦਾ, ਆਪਾਂ ਇੱਥੇ ਰਹਿ ਕੇ ਜਾਂਦੇ ਹਾਂ। ਹਸਬੈਂਡ ਵਾਈਫ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਕੋਈ ਇਹ ਗੁੱਡੀਆਂ ਪਟੋਲਿਆਂ ਵਾਲਾ ਨਹੀਂ ਹੁੰਦਾ ਕਿ ਚਲੋ ਠੀਕ ਹੈ ਜੀ ਵੀ ਹੁਣ ਗੁੱਡੀਆਂ ਪਟੋਲਿਆਂ ਵਾਲੀ ਉਮਰ ਆ ਜੀ, ਮੈਂ ਧਾਗੇ ਖਿੱਚ ਕੇ ਜੋੜਤਾ ਤੇ ਆ ਮੈਂ ਧਾਗੇ ਖਿੱਚ ਕੇ ਤੋੜਤਾ, ਰਿਸ਼ਤਾ ਜਿਹੜਾ ਹੈਗਾ ਟੁੱਟ ਗਿਆ। ਇੱਕ ਦੂਜੇ ਨੂੰ ਔਖੇ ਸੌਖੇ ਸਮੇਂ ਦੇ ਵਿੱਚ, ਜਿਵੇਂ ਕਹਿੰਦੇ ਹੁੰਦੇ ਆ ਕਿ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਹੀ ਜਿਹੜੇ ਹੁੰਦੇ ਆ ਸਾਥੀ, ਲੰਮੀਆਂ ਵਾਟਾਂ ਖਿੱਚ ਲੈਂਦੇ ਜ਼ਿੰਦਗੀ ਦੀਆਂ। ਅਗਰ ਇੱਕ ਜਣੇ ਨੇ ਵੀ ਮੋਢਾ ਖਿਸਕਾ ਲਿਆ ਤਾਂ ਜਾਂ ਤਾਂ ਜ਼ਿੰਦਗੀ ਦੀ ਵਾਟ ਇਕੱਲਾ ਬੰਦਾ ਖਿੱਚਦਾ ਅਤੇ ਇਕੱਲੇ ਵਾਸਤੇ ਜ਼ਿੰਦਗੀ ਜਿਹੜੀ ਹੁੰਦੀ ਆ ਵੀਰਾਨ ਹੋ ਕੇ ਰਹਿ ਜਾਂਦੀ ਹੈ। ਸੋ ਆਪਾਂ ਨੂੰ ਪਤਾ ਹੈ ਕਿ ਇੰਨਾ ਕੁ ਸਮਾਂ ਜਿਹੜਾ ਹੈਗਾ ਚੱਲੀ ਜਾਂਦਾ, ਗਵਰਨਮੈਂਟ ਜਿਹੜੀ ਹੈਗੀ ਹੈ ਵੀਜ਼ਾਸ ਨਹੀਂ ਦੇ ਰਹੀ। ਸੋ ਬਹੁਤ ਸਾਰੇ ਜਿਹੜੇ ਹੈਗੇ ਆ ਐਪਲੀਕੈਂਟ ਆ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਦੇ, ਉਹ ਬਹੁਤ ਸਾਰੇ ਵੀਰ ਆ। ਦੇਖੋ ਮੇਰੀ ਗੱਲ ਆ, ਕਈਆਂ ਨੂੰ ਹੋ ਸਕਦਾ ਗੁੱਸਾ ਲੱਗੇ, ਬਹੁਤ ਸਾਰੇ ਕੀ ਆ ਕਿ ਆਪਣੇ ਸਪਾਊਸ ਇਨ ਕੈਨੇਡਾ ਨੂੰ ਕਹਿੰਦੇ ਆ ਕਿ ਯਾਰ ਪਤਾ ਨਹੀਂ ਕਿਉਂ ਨਹੀਂ ਆਉਂਦਾ, ਇਹ ਚੀਜ਼ ਤਾਂ ਨਹੀਂ ਕੁਛ, ਇਹ ਚੀਜ਼ ਤਾਂ ਨਹੀਂ ਕੁਛ। ਕਿਉਂ? ਕਿਉਂਕਿ ਯਾਰ ਪੇਰੈਂਟਸ ਨੂੰ ਕਿਤੇ ਨਾ ਕਿਤੇ ਫਿਕਰ ਹੁੰਦਾ, ਉਹ ਕਿਤੇ ਨਾ ਕਿਤੇ ਇਹ ਗੱਲ ਕਹਿ ਬਹਿੰਦੇ ਨੇ ਕਿ ਹਾਂ ਵੀ ਭਾਈ ਵੀ ਦੱਸੋ ਵੀ ਬੱਚੇ ਦਾ ਬਣ ਕਿਉਂ ਨਹੀਂ ਰਿਹਾ, ਰੀਜ਼ਨ ਕੀ ਆ, ਲੇਟ ਕਿਉਂ ਆ ਰਿਹਾ। ਕਿਉਂਕਿ ਜਦੋਂ ਉਹਨਾਂ ਨੂੰ ਕਿਸੇ ਨੂੰ ਕੁਛ ਸੁਣਦਾ ਨਾ ਕਿ ਫਲਾਣੇ ਦਾ ਵੀਜ਼ਾ ਆ ਗਿਆ, ਤਾਂ ਉਹਨਾਂ ਦੇ ਮਨ 'ਚ ਹੁੰਦਾ ਯਾਰ ਉਹਦਾ ਤਾਂ ਆ ਗਿਆ, ਸਾਡੇ ਵਾਲੇ ਦਾ ਕਿਉਂ ਨਹੀਂ ਆਇਆ ਹਜੇ। ਸੋ ਘਰਦਿਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ, ਕਿਉਂਕਿ ਦੇਖੋ ਇਹੀ ਜਨਰੇਸ਼ਨ ਗੈਪ ਆ। ਤੁਹਾਡੇ ਦੋਨਾਂ ਮੀਆਂ ਬੀਵੀ ਦੀ ਜਾਂ ਹਸਬੈਂਡ ਵਾਈਫ ਦੀ ਅੰਡਰਸਟੈਂਡਿੰਗ ਜਿਹੜੀ ਹੁੰਦੀ ਆ ਇਸੇ ਗੱਲ 'ਤੇ ਖੜੀ ਹੁੰਦੀ ਆ। ਸੋ ਇੱਕ ਦੂਜੇ ਦੇ ਨਾਲ ਜਿਹੜੀ ਹੈਗੀ ਬੌਂਡਿੰਗ ਬਣਾ ਕੇ ਰੱਖੋ। ਇਹ ਸਮਾਂ ਹੈਗਾ ਨਿਕਲ ਜਾਣਾ, ਵੀਜ਼ਾਸ ਆ ਗਏ, ਉਸ ਤੋਂ ਮੁੜ ਕੇ ਤੁਸੀਂ ਉੱਥੇ ਇਕੱਠੇ ਹੋ ਜਾਣਾ, ਆਪਣੀ ਨਵੀਂ ਜਿਹੜੀ ਲਾਈਫ ਆ ਉਹ ਸ਼ੁਰੂ ਕਰ ਲਓਗੇ, ਔਰ ਹੱਸਦੇ ਖੇਡਦੇ ਆਪਣੀ ਵਧੀਆ ਜ਼ਿੰਦਗੀ ਜਿਹੜੀ ਹੈਗੀ ਬਤੀਤ ਹੋ ਜਾਣੀ ਹੈ। ਅੱਜ ਆਪਾਂ ਜਿਹੜੀ ਟੌਪਿਕ ਇੱਕ ਸ਼ੁਰੂ ਕਰਨਾ ਨਾ, ਕਿਉਂਕਿ ਬਹੁਤ ਜਣਿਆਂ ਨੇ ਇਹ ਗੱਲ ਪੁੱਛੀ, ਫੋਨ 'ਤੇ ਪੁੱਛੀ। ਇੱਕ ਭੈਣ ਆ ਜਿਹੜੀ, ਉਹਨਾਂ ਨੇ ਕਮੈਂਟ ਦੇ ਵਿੱਚ ਵੀ ਇਹ ਕਿਹਾ ਕਿ ਵੀਰ ਜੀ ਜਿਹੜੇ ਬੈਕਗਰਾਊਂਡ ਚੈੱਕ ਆ, ਬੈਕਗਰਾਊਂਡ ਚੈੱਕ ਦੇ ਵਿੱਚ ਫਾਈਲ ਨਾ ਹੁੰਦਾ ਕੀ ਹੈ। ਕਿਉਂਕਿ ਉਹ ਕਹਿੰਦੀ ਕਿ ਮੇਰੀ ਫਾਈਲ ਕਾਫੀ ਸਮੇਂ ਦੀ ਲੱਗੀ ਹੋਈ ਆ, ਇੰਨੇ ਸਮੇਂ ਤੋਂ ਮੇਰੀ ਫਾਈਲ ਜਿਹੜੀ ਆ ਬੈਕਗਰਾਊਂਡ ਚੈੱਕ ਹੀ ਸ਼ੋਅ ਕਰ ਰਹੀ ਆ ਜਾਂ ਫਾਈਲ ਰਿਵਿਊ ਦੇ ਵਿੱਚ ਸ਼ੋਅ ਕਰ ਰਹੀ ਹੈ। ਇਹਦੇ ਵਿੱਚ ਵੀ ਇਹਦਾ ਮੇਨ ਰੀਜ਼ਨ ਹੁੰਦਾ ਕਿ ਉਹ ਕਰਦੇ ਕੀ ਨੇ ਬੈਕਗਰਾਊਂਡ ਚੈੱਕ ਦੇ ਵਿੱਚ। ਔਰ ਇੱਕ ਵੀਰ ਉਹਨੇ ਮੈਨੂੰ ਦੱਸਿਆ ਕਿ ਭਾਜੀ ਕਿ ਮੇਰੀ ਫਾਈਲ ਜਿਹੜੀ ਬੈਕਗਰਾਊਂਡ ਚੈੱਕ ਤੱਕ ਪਹੁੰਚ ਗਈ ਸੀ, ਉਸ ਤੋਂ ਮੁੜ ਕੇ ਜਿਹੜੀ ਮੈਨੂੰ ਰਿਫਿਊਜ਼ਲ ਆ ਚੁੱਕੀ ਆ। ਸੋ ਆਪਾਂ ਅੱਜ ਗੱਲ ਕਰਾਂਗੇ ਬੈਕਗਰਾਊਂਡ ਚੈੱਕ ਦੇ ਵਿੱਚ ਫਾਈਲ ਨਾ ਹੁੰਦਾ ਕੀ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਬੈਕਗਰਾਊਂਡ ਚੈੱਕ ਤੋਂ ਬਾਅਦ ਜਿਹੜੀ ਹੁੰਦੀ ਹੈ, ਜਾਂ ਬੈਕਗਰਾਊਂਡ ਚੈੱਕ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਆਪਣੀ ਰਿਫਿਊਜ਼ਲ ਜਿਹੜੀ ਹੈਗੀ ਆ ਉਹ ਆ ਜਾਂਦੀ ਹੈ। ਬੈਕਗਰਾਊਂਡ ਚੈੱਕ ਦੇ ਵਿੱਚ ਹੀ ਸਭ ਤੋਂ ਪਹਿਲਾਂ ਤਾਂ ਦੇਖੋ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦੇ ਦੋ ਬੁਨਿਆਦੀ ਥੰਮ ਹੁੰਦੇ ਨੇ। ਇੱਕ ਤਾਂ ਹੁੰਦਾ ਜੀ ਰਿਲੇਸ਼ਨਸ਼ਿਪ, ਅਤੇ ਦੂਸਰੇ ਹੁੰਦੇ ਆ ਫੰਡਸ। ਬਹੁਤ ਲੋਕ ਜਿਹੜੇ ਹੁੰਦੇ ਆ ਉਹ ਫੰਡਸ ਨੂੰ ਇਸ ਚੀਜ਼ 'ਤੇ ਲੈ ਜਾਂਦੇ ਆ ਕਿ ਬਸ ਫੰਡ ਜਿਹੜਾ ਹੋ ਗਿਆ ਖਾਤੇ 'ਚ ਪੈਸੇ ਸ਼ੋਅ ਕਰਨੇ ਆ, ਜਿੰਨੇ ਅਸੀਂ ਵੱਧ ਕਰ ਦਾਂਗੇ ਉਹਨਾਂ ਸਾਡਾ ਵੀਜ਼ਾ ਸਟਰੋਂਗ ਹੈ। ਬਹੁਤ ਸਾਰੇ ਲੋਕ ਗਾਈਡ ਵੀ ਇਹ ਚੀਜ਼ 'ਤੇ ਕਰਦੇ ਆ ਕਿ ਜਿੰਨੀ ਤੁਹਾਡੇ ਕੋਲ ਪ੍ਰਾਪਰਟੀ ਹੋਊਗੀ ਉਨੇ ਤੁਸੀਂ ਸਟਰੋਂਗ ਹੋ। ਬਟ ਇੱਕ ਚੀਜ਼ ਇਹ ਦੇਖਿਆ ਕਰੋ ਕਿ ਉਹਨਾਂ ਨੇ ਤੁਹਾਡੀ ਪ੍ਰਾਪਰਟੀ ਤੋਂ ਵੀਜ਼ਾ ਆਫਿਸਰ ਨੇ ਕੁਛ ਨਹੀਂ ਲੈਣਾ, ਨਾ ਉਹਨੇ ਕੋਈ ਹਿੱਸਾ ਪਾਉਣਾ, ਨਾ ਉਹਨੇ ਤੁਹਾਡੇ ਤੋਂ ਪੈਸੇ ਲੈਣੇ, ਨਾ ਉਹਨੇ ਕੁਛ ਦੇਖਣਾ। ਉਹਨੂੰ ਇਸ ਚੀਜ਼ ਦਾ ਮਤਲਬ ਹੈ ਕਿ ਤੁਸੀਂ ਆਪਦੀ ਹੋਮ ਕੰਟਰੀ ਦੇ ਵਿੱਚ ਕਿੰਨੇ ਕੁ ਸਟਰੋਂਗ ਹੋ। ਦੈਟ ਮੀਨਸ ਯੂਅਰ ਟਾਈਜ਼ ਵਿਦ ਯੂਅਰ ਹੋਮ ਕੰਟਰੀਜ਼ ਆਰ ਸਟੇਬਲ ਔਰ ਨਾਟ, ਦੈਟ ਮੀਨਸ ਯੂ ਹੈਵ ਅ ਸਟਰੋਂਗ ਟਾਈਜ਼ ਔਰ ਨਾਟ, ਕਿ ਤੁਸੀਂ ਆਪਦੀ ਹੋਮ ਕੰਟਰੀ ਦੇ ਵਿੱਚ ਸਟੇਬਲ ਹੈਗੇ ਹੋ, ਇੰਨਾ ਕਿ ਇਨਫ ਤੁਹਾਡੀ ਰੈਵਨਿਊ ਹੈਗੀ ਆ ਕਿ ਹਾਂਜੀ ਤੁਸੀਂ ਆਪਦੇ ਟ੍ਰਿਪ ਨੂੰ ਜਿਹੜਾ ਹੈਗਾ ਜਾਂ ਆਪਦੇ ਟੂਰ ਨੂੰ ਜਿਹੜਾ ਸਪੋਂਸਰ ਕਰ ਸਕਦੇ ਹੋ। ਦੂਸਰੀ ਗੱਲ, ਤੁਸੀਂ ਹਸਬੈਂਡ ਹੋ, ਸਪਾਊਸ ਇਨ ਕੈਨੇਡਾ ਦੇ, ਤੁਸੀਂ ਉਹਨਾਂ ਨੂੰ ਅਗਰ ਲੋੜ ਪੈਂਦੀ ਆ
ਤਾਂ ਕੀ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ? ਤੁਸੀਂ ਆਪਦੀ ਹੋਮ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ ਤੁਸੀਂ ਇੰਨੇ ਕੁ ਸਟੇਬਲ ਹੈਗੇ ਹੋ? ਬਹੁਤ ਸਾਰੇ ਵੀਰ ਆ ਜੋ ਆਸਟ੍ਰੇਲੀਆ ਤੋਂ ਅਪਲਾਈ ਕਰ ਰਹੇ ਆ, ਉਹਨਾਂ ਨੇ ਆਪਣੀ ਵਾਈਫ ਨੂੰ ਭੇਜਿਆ ਹੋਇਆ ਇਸ ਟਾਈਮ ਆਸਟ੍ਰੇਲੀਆ, ਦੁਬਈ ਹੈਗੇ ਨੇ। ਬਹੁਤ ਸਾਰੇ ਵੀਰ ਆ ਜਿਹੜੇ ਛੋਟੀਆਂ ਯੂਰਪ ਕੰਟਰੀਜ਼ ਦੇ ਵਿੱਚ ਵੀ ਹੈਗੇ ਨੇ। ਸੋ ਉਹ ਦੇਖਦੇ ਨੇ ਕਿ ਤੁਸੀਂ ਉਸ ਕੰਟਰੀ ਦੇ ਵਿੱਚ ਜਿੱਥੇ ਹੈਗੇ ਹੋ, ਵਰਕਰ 'ਤੇ ਹੋ, ਤਾਂ ਤੁਸੀਂ ਕੀ ਉੱਥੇ ਇੰਨੇ ਕੁ ਸਟਰੋਂਗ ਹੈਗੇ ਹੋ ਜਿਹੜਾ ਹੋ ਜਾਓਗੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਡਿਪੈਂਡ ਕਰਦੀਆਂ ਤੁਹਾਡੀ ਹੋਮ ਕੰਟਰੀ, ਤੁਹਾਡੀ ਨੈਸ਼ਨੈਲਿਟੀ ਜਿਸ ਕੰਟਰੀ ਨਾਲ ਆ ਉੱਥੋਂ ਦਾ ਅਲੱਗ ਤੁਹਾਡਾ ਸੀਨ ਫੰਡ ਜਿਹੜਾ ਸ਼ੋਅ ਕਰਨ ਦਾ ਤਰੀਕਾ ਹੁੰਦਾ। ਬਟ ਅਗਰ ਤੁਸੀਂ ਕਿਤੇ ਜੌਬ ਕਰਨ ਗਏ ਹੋ ਜਾਂ ਕਿਸੇ ਵਰਕ ਪਰਮਿਟ 'ਤੇ ਕਿਸੇ ਅਦਰ ਕੰਟਰੀ ਦੇ ਵਿੱਚੋਂ, ਤਾਂ ਉੱਥੋਂ ਦਾ ਤੁਹਾਡਾ ਸਟੇਟਸ ਹੋਰ ਹੁੰਦਾ, ਕਿਉਂਕਿ ਤੁਸੀਂ ਉੱਥੇ ਦੱਸਣਾ ਹੁੰਦਾ ਕਿ ਮੈਂ ਕੈਨੇਡਾ ਦੇ ਵਿੱਚ ਨਹੀਂ ਰਹਿੰਦਾ। ਸੋ ਇਹ ਹੁੰਦੇ ਦੋ ਬੁਨਿਆਦੀ ਥੰਮ ਜਿਹਨਾਂ ਦੀ ਆਪਾਂ ਗੱਲ ਕਰਕੇ ਹਟੇ ਹਾਂ। ਅਤੇ ਬੈਕਗਰਾਊਂਡ ਅਤੇ ਚੈੱਕ 'ਤੇ ਜਦੋਂ ਆਪਣੀ ਫਾਈਲ ਚਲੀ ਜਾਂਦੀ ਆ, ਉਸ ਤੋਂ ਮੁੜ ਕੇ ਇਹਨਾਂ ਦੀ ਇਲੈਬੋਰੇਸ਼ਨ ਦੇ ਨਾਲ, ਇਹਨਾਂ ਨੂੰ ਪੂਰੀ ਡਿਟੇਲ ਦੇ ਨਾਲ ਜਿਹੜੇ ਹੈਗੇ ਇਹ ਚੈੱਕ ਹੁੰਦੇ ਆ ਕਿ ਵਾਕਿਆ ਹੀ ਜੋ ਡਾਕੂਮੈਂਟਸ ਜਿਹੜੇ ਹੈਗੇ ਐਪਲੀਕੈਂਟ ਨੇ ਆਪਣੀ ਫਾਈਲ ਦੇ ਵਿੱਚ ਲਗਾਏ ਨੇ, ਕੀ ਉਹ ਜੈਨੂਅਨ ਨੇ, ਕੀ ਉਹਨਾਂ ਨੇ ਆਪਣੀਆਂ ਜੋ ਗੱਲਾਂ ਕਵਰਿੰਗ ਲੈਟਰ ਦੇ ਵਿੱਚ ਕਹੀਆਂ, ਜੋ ਡਾਕੂਮੈਂਟਸ ਨਾਲ ਲਗਾਏ ਆ, ਕੀ ਉਹ ਸਪੋਰਟਿੰਗ ਡਾਕੂਮੈਂਟ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ, ਉਹਨਾਂ ਦੇ ਦੱਸੇ ਹੋਏ ਵੇਰਵੇ ਨੂੰ, ਦੱਸੀ ਹੋਈ ਕਹਾਣੀ ਨੂੰ ਜਸਟੀਫਾਈ ਕਰਦੇ ਨੇ। ਥਰਡ ਥਿੰਗ ਹੁੰਦੀ ਹੈ ਜੀ, ਇਸ ਐਪਲੀਕੈਂਟ ਨੇ ਜਾਂ ਸਪਾਊਸ ਓਪਨ ਵਰਕ ਪਰਮਿਟ ਦੇ ਐਪਲੀਕੈਂਟ ਨੇ ਜਿਹਨੇ ਆਪਣੀ ਫਾਈਲ ਅਪਲਾਈ ਕੀਤੀ ਆ, ਕੀ ਉਹਨੇ ਜੋ ਆਪਣੇ ਫੰਡਸ ਸ਼ੋ ਕੀਤੇ ਆ, ਆਪਣਾ ਰੈਵਨਿਊ ਸ਼ੋ ਕੀਤਾ, ਕੀ ਉਹ ਆਪਣੇ ਰੈਵਨਿਊ ਨੂੰ ਸਪੋਰਟ ਕਰ ਰਿਹਾ ਹੈ। ਠੀਕ ਹੈ ਜੀ। ਚੌਥੀ ਗੱਲ ਆ ਜਾਂਦੀ ਹੈ ਇਹਦੇ ਵਿੱਚ ਜੀ ਕਿ ਕੀ ਉਹ ਇੰਨਾ ਕੁ ਸਟਰੋਂਗ ਹੈਗਾ ਆਪਣੀ ਹੋਮ ਕੰਟਰੀ ਦੇ ਵਿੱਚ, ਜਾਂ ਉਹਦੀਆਂ ਟਾਈਜ਼ ਆਪਣੀ ਹੋਮ ਕੰਟਰੀ ਨਾਲ ਇੰਨੀਆਂ ਕੁ ਸਟਰੋਂਗ ਹੈਗੀਆਂ ਕਿ ਜਿਹਦੇ ਕਰਕੇ ਉਹ ਕੈਨੇਡਾ ਜਿਹੜਾ ਹੈਗਾ ਵਾਪਸ ਮੁੜ ਕੇ ਆਊਗਾ। ਆਪਾਂ ਆਪਣੀ ਫਾਈਲ ਸਬਮਿਟ ਕਰ ਦਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਬੈਕਗਰਾਊਂਡ ਚੈੱਕ ਜਾਂਦੀ ਆ, ਤੁਸੀਂ ਆਪਣੀਆਂ ਅਕਾਊਂਟ ਸਟੇਟਮੈਂਟਸ ਲਾਈਆਂ ਹੁੰਦੀਆਂ। ਬਹੁਤ ਸਾਰੇ ਲੋਕ ਪਤਾ ਕੀ ਕਹਿੰਦੇ ਨੇ ਕਿ 3 ਮਹੀਨੇ ਸਟੇਟਮੈਂਟ ਲਾ ਦਿਓ, ਕਿਹੜਾ ਐਮਬੈਸੀ ਨੇ ਪੁੱਛਣਾ ਹੁੰਦਾ। ਤੁਹਾਡਾ ਜੀ ਬੈਂਕ ਦਾ ਬੈਕਗਰਾਊਂਡ ਚੈੱਕ ਤੱਕ ਹੁੰਦਾ ਕਿ ਤੁਸੀਂ ਵਾਕਿਆ ਹੀ ਇਹ ਅਕਾਊਂਟ ਤੁਹਾਡਾ ਹੈ, ਜੁਆਇੰਟ ਅਕਾਊਂਟ ਹੈ, ਕੀ ਇਹ ਸੱਚੀ ਅਕਾਊਂਟ ਤੁਹਾਡਾ, ਤੁਸੀਂ ਆਪਣੀ ਐਫਡੀਜ਼ ਲਗਾਈਆਂ ਹੋਈਆਂ, ਵਾਕਿਆ ਹੀ ਕਿ ਤੁਸੀਂ ਬੌਂਡ ਜਿਹੜਾ ਹੈਗਾ ਵੈਸੇ ਤਾਂ ਨਹੀਂ ਬਣਵਾ ਕੇ ਲਾਇਆ, ਵਾਕਿਆ ਹੀ ਤੁਹਾਡੇ ਫਿਕਸਡ ਡਿਪੋਜ਼ਿਟ ਦੇ ਵਿੱਚ ਇੰਨੀ ਮਨੀ ਪਈ ਹੈ ਅਤੇ ਉਹਦਾ ਤੁਹਾਨੂੰ ਇੰਟਰਸਟ ਰੇਟ ਜਿਹੜਾ ਹੈਗਾ ਨਾਲ ਉੱਥੇ ਲਿਖਿਆ ਹੁੰਦਾ ਕਿ ਇੰਨੇ ਟਾਈਮ ਦਾ ਹੈਗਾ ਮੈਚਿਓਰਟੀ ਦੇ ਇੰਨਾ ਇੰਟਰਸਟ ਮਿਲਣਾ, ਕਿ ਵਾਕਿਆ ਹੀ ਇੰਨੇ % 'ਤੇ ਜਿਹੜੀ ਤੁਹਾਡੀ ਐਫਡੀ ਹੈਗੀ ਹੈ। ਕਿਉਂਕਿ ਐਮਬੈਸੀ ਕੋਲ ਇਸ ਟਾਈਪ ਦੀ ਟੋਟਲ ਅਥਾਰਟੀ ਹੁੰਦੀ ਹੈ ਕਿ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਉਹ ਚੈੱਕ ਹੋ ਜਾਂਦੇ ਨੇ। ਫਰਦਰ ਮੋਰ ਆਪਾਂ ਗੱਲ ਕਰ ਲਈਏ ਜੀ ਕਿ ਜਿਹੜੇ ਰਿਲੇਸ਼ਨਸ਼ਿਪ ਪ੍ਰੂਫ ਦੇ ਵਿੱਚ ਗੱਲ ਕੀਤੀ ਹੁੰਦੀ ਆ, ਬੱਚੇ ਨੇ ਕੀ ਕੀਤਾ ਹੁੰਦਾ ਜਾਂ ਐਪਲੀਕੈਂਟ ਨੇ ਕੀ ਕੀਤਾ, ਆਪਣਾ ਮੈਰਿਜ ਸਰਟੀਫਿਕੇਟ ਲਗਾਇਆ ਹੁੰਦਾ ਜੀ, ਆਪਣੇ ਹੋਰ ਅਦਰ ਸਪੋਰਟਿੰਗ ਡਾਕੂਮੈਂਟ ਲਾਈਕ ਜਿਵੇਂ ਆਧਾਰ ਕਾਰਡ ਆਪਣੇ ਨਾਮ 'ਤੇ ਚੇਂਜ ਕਰਵਾ ਕੇ ਲਾਇਆ ਹੁੰਦਾ। ਆਧਾਰ ਕਾਰਡ ਦਾ ਬੈਕਗਰਾਊਂਡ ਤੱਕ ਚੈੱਕ ਹੁੰਦਾ ਕਿ ਹਾਂਜੀ ਪਹਿਲਾਂ, ਕਿਉਂਕਿ ਦੇਖੋ ਜਦੋਂ ਆਧਾਰ ਕਾਰਡ ਅਪਡੇਟ ਹੋ ਜਾਂਦਾ ਨਾ, ਨੰਬਰ ਤਾਂ ਉਹੀ ਰਹਿੰਦਾ, ਨੰਬਰ ਨਹੀਂ ਕਦੇ ਚੇਂਜ ਹੁੰਦਾ ਆਧਾਰ ਕਾਰਡ ਦਾ। ਬਟ ਜਦੋਂ ਕੀ ਹੁੰਦਾ ਕਿ ਆਪਾਂ ਆਧਾਰ ਕਾਰਡ ਨੂੰ ਅਪਡੇਟ ਕਰਵਾਇਆ, ਉਹ 'ਚ ਤੁਹਾਡੀ ਵਾਈਫ ਦਾ ਐਡਰੈਸ ਚੇਂਜ ਹੋ ਜਾਣਾ, ਉਹਨਾਂ ਦਾ ਜਿਹੜਾ ਪਿੱਛੇ ਲਾਈਕ ਪਹਿਲਾਂ ਹੁੰਦਾ ਸੀ ਡਾਟਰ ਆਫ, ਜੋ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਹੁੰਦਾ ਸੀ, ਅਤੇ ਹੁਣ ਉਹ ਕੇਅਰ ਆਫ ਲਿਖ ਕੇ ਉਹਨਾਂ ਦੇ ਹਸਬੈਂਡ ਦਾ ਨਾਮ ਆ ਜਾਂਦਾ। ਉਹ ਸਾਰੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ। ਬਟ ਜਦੋਂ ਉਹ ਨੰਬਰ ਪਾ ਕੇ ਦੇਖਦੇ ਆ ਤਾਂ ਉਹ ਪਿੱਛੇ ਤੱਕ ਚੈੱਕ ਹੁੰਦਾ ਕਿ ਵਾਕਿਆ ਹੀ ਇਹ ਪਹਿਲਾਂ ਇਸ ਐਡਰੈਸ ਨੂੰ ਬਿਲੋਂਗ ਕਰਦੇ ਸੀ। ਉਹ ਐਡਰੈਸ ਜਿਹੜਾ ਹੋਊਗਾ ਉਹਨਾਂ ਦੇ ਪਾਸਪੋਰਟ ਨਾਲ ਮੈਚ ਕਰਦਾ ਹੁੰਦਾ, ਉਹੀ ਐਡਰੈਸ ਹੁੰਦਾ ਜਿਹੜਾ ਸੇਮ ਉਹਨਾਂ ਦੇ ਮੈਰਿਜ ਸਰਟੀਫਿਕੇਟ ਦੇ ਉੱਤੇ ਲਿਖਿਆ ਹੁੰਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਚੈੱਕ ਹੁੰਦੀਆਂ ਕਿਤੇ ਨਾ ਕਿਤੇ, ਕਿ ਪੱਕਾ ਹੀ ਚੈੱਕ ਹੁੰਦੀਆਂ ਨੇ। ਆਪਾਂ ਲੋਕ ਗਲਤੀ ਕੀ ਕਰ ਲੈਂਦੇ ਆ ਜੀ, ਆਪਾਂ ਨੂੰ ਇਹ ਹੁੰਦਾ ਕਿ ਬੈਕਗਰਾਊਂਡ ਚੈੱਕ ਦੇ ਵਿੱਚ ਜਾਂ ਸਮਝਾਉਣ ਵਾਲੇ ਵੀ ਕਿਤੇ ਗੱਲ ਕਰ ਦਿੰਦੇ ਆ ਕਿ ਲਓ ਜੀ ਬੈਕਗਰਾਊਂਡ ਚੈੱਕ ਦੇ ਵਿੱਚ ਕਿਹੜਾ ਇੰਨਾ ਕੁਝ ਪੁੱਛਣਾ ਹੁੰਦਾ, ਤੁਸੀਂ ਲਾ ਦਿਓ, ਅਤੇ ਜੇ ਕਿਤੇ ਆ ਗਿਆ ਤੁਹਾਡਾ ਇੰਟਰਵਿਊ ਤਾਂ ਤੁਸੀਂ ਝੂਠ ਤੂਫਾਨ ਮਾਰ ਕੇ ਕੱਢ ਹੀ ਦਿਓਗੇ। ਜੇ ਤੁਹਾਡੀ ਫਾਈਲ ਬੈਕਗਰਾਊਂਡ ਚੈੱਕ ਦੇ ਵਿੱਚ ਹੈ ਔਰ ਉਹਨਾਂ ਨੂੰ ਕਿਸੇ ਇੱਕ ਡਾਕੂਮੈਂਟ ਦੇ ਇਹੋ ਜਿਹਾ ਡਾਊਟ ਹੁੰਦਾ ਕਿ ਜਿਹਦੇ ਤੋਂ ਉਹਨਾਂ ਨੂੰ ਇਹ ਹੁੰਦਾ ਯਾਰ ਮੈਂ ਰਿਜੈਕਟ ਕਰਾਂ ਕਿ ਨਾ ਕਰਾਂ, ਵੀਜ਼ਾ ਆਫਿਸਰ ਨੂੰ ਹੁੰਦਾ, ਤਾਂ ਉੱਥੇ ਜਾ ਕੇ ਤੁਹਾਡੇ ਵਾਸਤੇ ਇੱਕ ਆਪਸ਼ਨ ਖੜਾ ਹੁੰਦਾ ਕਿ ਉਹ ਤੁਹਾਨੂੰ ਇੰਟਰਵਿਊ ਕਾਲ ਦਿੰਦਾ। ਦੈਟ ਮੀਨਸ ਤੁਹਾਡੀ ਇੰਟਰਵਿਊ ਵਾਸਤੇ ਫਾਈਲ ਜਿਹੜੀ ਹੈਗੀ ਰੱਖੀ ਜਾਂਦੀ ਆ। ਫਿਰ ਤੁਹਾਡਾ ਫੇਸ ਟੂ ਫੇਸ ਜਾਂ ਜੋ ਵੀ ਟੈਲੀਫੋਨਿਕ ਜਿੱਦਾਂ ਵੀ ਪ੍ਰੋਸੀਜਰ ਹੁੰਦਾ ਹੈ ਨਾ ਉਹਨਾਂ ਨੇ ਕਰਨਾ ਹੁੰਦਾ, ਉਹ ਤੁਹਾਡਾ ਜਿਹੜਾ ਹੈਗਾ ਇੰਟਰਵਿਊ ਕੰਡਕਟ ਕਰਦੇ ਨੇ। ਉਸ ਟਾਈਮ ਆਪਣੇ ਕੋਲ ਇਹ ਆਪਸ਼ਨ ਹੁੰਦਾ ਕਿ ਆਪਾਂ ਆਪਦੇ ਆਪ ਨੂੰ ਉੱਥੇ ਜਸਟੀਫਾਈ ਕਰ ਦਈਏ ਜੋ ਆਪਾਂ ਡਾਕੂਮੈਂਟਸ ਆਪਣੇ ਲਗਾਏ ਹੋਏ ਆ। ਅਗਰ ਰਿਸ਼ਤੇ ਬਾਰੇ ਕੋਈ ਗੱਲ ਪੁੱਛਦਾ ਤਾਂ ਰਿਸ਼ਤੇ ਬਾਰੇ ਤੁਹਾਨੂੰ ਅਦਰ ਕੁਐਸਚਨਸ ਵੀ ਪੁੱਛ ਸਕਦੇ ਜਿਹੜੇ ਤੁਹਾਡੀ ਫਾਈਲ ਦੇ ਵਿੱਚ ਤੁਸੀਂ ਨਹੀਂ ਲਗਾਏ। ਕਿਉਂਕਿ ਰਿਸ਼ਤਾ ਸਿਰਫ ਉਹ ਦੇਖਿਆ ਜਾਂਦਾ ਕਿ ਹਾਂਜੀ ਕਿ ਵਾਕਿਆ ਹੀ ਇਹਨਾਂ ਨੇ ਆਪਦੀ ਸਾਰੀ ਜ਼ਿੰਦਗੀ ਇਕੱਠਿਆਂ ਨੇ ਨਿਭਾਉਣੀ ਆ। ਬਹੁਤ ਸਾਰੇ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਉਹਦੇ ਵਾਈਫ ਸਟੱਡੀ ਕਿਹੜੇ ਕਾਲਜ ਕਰਦੇ ਆ, ਉਹਨਾਂ ਦਾ ਕਿੰਨੇ ਟਾਈਮ ਦਾ ਆਪਣਾ ਕਹਿ ਦਈਏ ਵੀ ਉਹਦੇ ਕਾਲਜ ਲੱਗਦਾ, ਕਿਹੜੇ ਸਬਜੈਕਟ ਉਹਨਾਂ ਨੇ ਲਏ ਹੋਏ ਨੇ। ਠੀਕ ਹੈ ਜੀ। ਨਾਲ ਦੀ ਨਾਲ ਉਹ ਕੰਮ ਕਿੱਥੇ ਕਰਦੇ ਨੇ, ਕਿੰਨੇ ਘੰਟੇ ਕੰਮ ਕਰਦੇ ਨੇ, ਉਹਨਾਂ ਦਾ ਕਾਲਜ ਕਿਹੜੇ ਦਿਨ ਹੁੰਦਾ। ਬੇਸਿਕ ਕੁਐਸਚਨਸ ਨੇ ਇਹ। ਮੈਨੂੰ ਲੱਗਦਾ ਕਿ ਆਪਾਂ ਨੂੰ ਹਰੇਕ ਨੂੰ ਆਪਦੇ ਸਪਾਊਸ ਬਾਰੇ ਪਤਾ ਹੋਣਾ ਚਾਹੀਦਾ। ਕਿਉਂਕਿ ਅਗਰ ਇੰਡੀਆ 'ਚ ਆਪਣਾ ਸਪਾਊਸ ਪੜ੍ਹਦੀ ਹੋਵੇ, ਠੀਕ ਹੈ, ਅਤੇ ਆਪਾਂ ਨੂੰ ਉੱਥੇ ਪਤਾ ਹੁੰਦਾ ਜੀ ਮੰਨ ਲਓ ਕਹਿ ਦਿੰਦੇ ਨਾ ਵੀ ਰੋਕਾ ਹੋ ਗਿਆ ਕਿਸੇ ਦਾ, ਤਾਂ ਉਸ ਤੋਂ ਮੁੜ ਕੇ ਉਹਨੂੰ ਇਹ ਪਤਾ ਹੁੰਦਾ ਵੀ ਮੇਰੀ ਘਰ ਵਾਲੀ ਉਸ ਕਾਲਜ 'ਚ ਪੜ੍ਹਦੀ ਹੈ ਜਾਂ ਮੇਰੀ ਹੋਣ ਵਾਲੀ ਘਰ ਵਾਲੀ ਉਸ ਕਾਲਜ 'ਚ ਪੜ੍ਹਦੀ ਆ, ਆਹ ਸਟੱਡੀ ਕਰਦੀ ਆ ਉਹ, ਠੀਕ ਹੈ, ਇੰਨੇ ਵਜੇ ਉਹਦਾ ਕਾਲਜ ਖਤਮ ਹੁੰਦਾ। ਇੱਥੇ ਵੀ ਤਾਂ ਆਪਾਂ ਉਸ ਚੀਜ਼ ਦੀ ਪਤਾ ਹੁੰਦਾ ਹੀ ਹੈ ਨਾ, ਅਤੇ ਉੱਥੇ ਵੀ ਜਿਹੜਾ ਹੈਗਾ ਆਪਾਂ ਨੂੰ ਇਸ ਚੀਜ਼ ਦਾ ਪਤਾ ਹੁੰਦਾ ਹੀ ਹੁੰਦਾ। ਸੇਮ ਇਹ ਗੱਲ ਨਹੀਂ ਔਰ ਇਸ ਚੀਜ਼ ਨੂੰ ਨੈਗੇਟਿਵਿਟੀ 'ਚ ਜੇ ਕੋਈ ਲੈ ਕੇ ਜਾਵੇ, ਅਗਰ ਤੁਹਾਡਾ ਸਪਾਊਸ ਨੈਗੇਟਿਵਿਟੀ 'ਚ ਲੈ ਕੇ ਜਾਂਦਾ, ਹਾਂਜੀ ਤੁਸੀਂ ਇੰਨੀਆਂ ਡਿਟੇਲਸ ਪੁੱਛਦੇ ਹੋ, ਤਾਂ ਯਾਰ ਇਹ ਹੁੰਦਾ ਕਿ ਤੁਹਾਡਾ ਰਿਸ਼ਤਾ ਕਿਤੇ ਨਾ ਕਿਤੇ ਵੀਕ ਹੈ ਜਾਂ ਤੁਹਾਡੀ ਅੰਡਰਸਟੈਂਡਿੰਗ ਜਿਹੜੀ ਹੈਗੀ ਨਹੀਂ ਬੈਠਦੀ।
दूसरी गल कर लीए कि अगर तुहाडे फंड दे विच कोई ना कोई दिक्कत आउंदी है, लाइक तुसीं जॉब कर रहे हो, तुहाडे जॉब नाल जिहड़े जॉब दे नाल तुहाडे सपोर्टिंग डॉकूमेंट लगे हुए ने, तुसीं प्रोपराइटर हो, तुहाडी अपनी फर्म है, अपना बिजनेस आ, ਉਹਦੇ ਤੁਹਾਡੇ ਸਪੋਰਟਿੰਗ ਡਾਕੂਮੈਂਟ ਲੱਗੇ ਹੋਏ ਨੇ, ਤੁਸੀਂ ਐਗਰੀਕਲਚਰ ਕਰਦੇ ਹੋ ਕਿ ਉਹਦੇ ਵਿੱਚ ਤੁਹਾਨੂੰ ਇਨਕਮ ਕਿੱਥੋਂ ਆ ਰਹੀ ਹੈ, ਜੇ ਫਾਰਮ ਤੇ ਆ ਰਹੀ ਹੈ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਇੱਕੋ ਤਰੀਕੇ ਦੇ ਨਾਲ ਨਹੀਂ ਸ਼ੋਅ ਕੀਤੀਆਂ ਜਾਂਦੀਆਂ। ਕਿਉਂਕਿ ਐਗਰੀਕਲਚਰ ਵਾਲਿਆਂ ਦੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਛਮਾਈ ਪੇਮੈਂਟ ਜਿਹਨੂੰ ਕਹਿੰਦੇ ਆ ਕਿ ਪੇਮੈਂਟ ਆਫਟਰ 6 ਮੰਥ ਹੋਣੀ ਹੁੰਦੀ ਹੈ, ਕਿਉਂਕਿ ਹਰ ਇੱਕ ਫਸਲ ਨੇ ਵਿਕਣਾ। ਬਹੁਤ ਸਾਰੇ ਵੀਰ ਜਿਵੇਂ ਦੁਆਬਾ ਏਰੀਆ ਲਗਾ ਲਈਏ, ਮਾਝਾ ਏਰੀਆ ਲਗਾ ਲਈਏ, ਮਾਲਵਾ ਏਰੀਆ ਲਗਾ ਲਈਏ, ਤਾਂ ਇਹਦੇ ਵਿੱਚ ਕੋਈ ਕਈ ਫਸਲਾਂ ਜਿਵੇਂ ਹੁੰਦੀ ਆ ਕਿ ਆਲੂ ਦੀ ਖੇਤੀ ਹੁੰਦੀ ਆ, ਉਹ ਆਪਦੀ ਤੀਸਰੀ ਫਸਲ ਵੀ ਕੱਢਦੇ ਆ, ਤੀਸਰੀ ਫਸਲ ਦੀ ਪੇਮੈਂਟ ਵੀ ਆਉਂਦੀ ਆ। ਕਿਸੇ ਦੀ ਗੰਨੇ ਦੀ ਫਸਲ ਹੁੰਦੀ ਆ, ਠੀਕ ਹੈ, ਕੋਈ ਸਬਜ਼ੀਆਂ ਲਗਾਉਂਦਾ, ਕੁਛ ਕਰਦਾ, ਸੋ ਅਦਰ ਕਿਸੇ ਨਾ ਕਿਸੇ ਦੀ ਫਸਲ ਕੋਈ ਨਾ ਕੋਈ ਹੁੰਦੀ ਆ, ਉਹਦੀ ਪੇਮੈਂਟ ਆਉਂਦੀ ਆ। ਬਟ ਉਹ ਆ ਕਿਵੇਂ ਰਹੀ ਆ ਤੁਹਾਡੇ ਕੋਲ, ਤੁਸੀਂ ਉਸ ਪੇਮੈਂਟ ਨੂੰ ਲੈਣ ਦੇ ਹੱਕਦਾਰ ਹੈਗੇ ਹੋ, ਉਹ ਚੀਜ਼ਾਂ ਤੁਹਾਡੀਆਂ ਉੱਥੇ ਜਸਟੀਫਾਈ ਹੁੰਦੀਆਂ। ਦੂਸਰੀ ਗੱਲ ਇਹ ਗੱਲ ਕਰ ਲੈਂਦੇ ਐਪਲੀਕੈਂਟ ਕਿ ਹਾਂਜੀ ਕਿ ਮੈਂ ਖੇਤੀ ਕਰਦਾ ਹੈ, ਸਾਰਾ ਕੁਛ ਮੇਰੇ ਫਾਦਰ ਸਾਹਿਬ ਦੇ ਨਾਂ 'ਤੇ, 2 ਅਸੀਂ ਭਰਾ ਜਾਂ 3 ਭਰਾ ਜਾਂ ਮੇਰੇ ਦਾਦੇ ਦੇ ਨਾਂ 'ਤੇ ਪਿਆ, ਕਰਦਾ ਸਾਰਾ ਕੁਛ ਮੈਂ ਆ। ਬਟ ਯਾਰ ਜਦੋਂ ਤੇਰੇ ਕੋਲ ਹੀ ਕੁਛ ਨਹੀਂ ਹੈਗਾ, ਤੂੰ ਕਰ ਰਿਹਾ ਤੇ ਤੇਰੇ ਨਾਮ 'ਤੇ ਤਾਂ ਨਹੀਂ ਹੈਗਾ, ਤੇ ਤੇਰੇ ਮਗਰੋਂ ਤਾਂ ਉਹ ਸੀਰੀ ਰੱਖ ਕੇ ਵੀ ਕਰਵਾ ਲੈਣਗੇ। ਸੋ ਕਿਤੇ ਨਾ ਕਿਤੇ ਤੁਸੀਂ ਆਪਦੇ ਆਪ ਨੂੰ ਖੁਦ ਵੀਕ ਕਰ ਲੈਂਦੇ ਹੋ। ਸੋ ਗੱਲ ਆਪਣੀ ਉੱਥੇ ਆ ਕੇ ਖੜ੍ਹ ਜਾਂਦੀ ਹੈ ਕਿ ਬੈਕਗਰਾਊਂਡ ਚੈੱਕ ਦੇ ਵਿੱਚ ਹੁੰਦਾ ਕਿ ਤੁਸੀਂ ਜਿਹੜਾ ਕੁਛ ਲਗਾਉਣੇ ਹੋ, ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਨੇ ਕਿ ਵੀਜ਼ਾ ਆਫਿਸਰ ਦੇ ਬੈਕਗਰਾਊਂਡ ਚੈੱਕ ਕਰਨ ਤੋਂ ਪਹਿਲਾਂ ਤੁਸੀਂ ਆਪਦੀ ਫਾਈਲ ਲਾਉਣ ਲੱਗੇ ਤੁਸੀਂ ਆਪਦਾ ਖੁਦ ਬੈਕਗਰਾਊਂਡ ਚੈੱਕ ਕਰਿਆ ਕਰੋ, ਔਰ ਨਾਲ ਦੀ ਨਾਲ ਕਿ ਤੁਹਾਡੇ ਕੰਸਲਟੈਂਟ ਦਾ ਵੀ ਇਹ ਫਰਜ਼ ਬਣਦਾ ਕਿ ਉਹ ਤੁਹਾਡਾ ਬੈਕਗਰਾਊਂਡ ਚੈੱਕ ਕਰੇ ਉੱਥੇ। ਬੈਕਗਰਾਊਂਡ ਚੈੱਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਪਿਛੋਕੜ ਨੂੰ ਵੇਖੇ, ਬੈਕਗਰਾਊਂਡ ਚੈੱਕ ਦਾ ਮਤਲਬ ਇੱਥੇ ਇਹ ਹੁੰਦਾ ਜੀ ਕਿ ਉਹ ਤੁਹਾਡੇ ਡਾਕੂਮੈਂਟ ਨੂੰ ਦੇਖੇ ਕਿ ਜਿਹੜੇ ਲੱਗ ਰਹੇ ਨੇ ਕੀ ਉਹ ਮੇਰੀ ਕਹਿਣ ਵਾਲੀ ਗੱਲ ਨੂੰ, ਤੇ ਦੂਸਰੀ ਜਿਹੜੀ ਗੱਲ ਹੈਗੀ ਡਾਕੂਮੈਂਟ ਔਰ ਮੇਰੀ ਕਈ ਗੱਲ ਦੋਨੇ ਜਿਹੜੇ ਹੈਗੇ ਆ ਇੱਕ ਦੂਜੇ ਦੇ ਕੰਪੈਰੇਟਿਵ ਹੈਗੇ ਨੇ, ਕੀ ਦੋਨੇ ਇੱਕ ਦੂਜੇ ਦੇ ਨਾਲ ਸਾਬਿਤ ਕਰਦੇ ਨੇ, ਇੱਕ ਦੂਜੇ ਨੂੰ ਜਸਟੀਫਾਈ ਕਰਦੇ ਨੇ, ਫਿਰ ਹੀ ਕਿਤੇ ਜਾ ਕੇ ਉਹ ਗੱਲ ਕਲੀਅਰ ਹੁੰਦੀ ਆ। ਅਗਰ ਦੋਨੇ ਕਿਤੇ ਨਾ ਕਿਤੇ ਕੰਟਰਾਡਿਕਟ ਕਰਦੇ ਨੇ ਤਾਂ ਜਾਂ ਤਾਂ ਤੁਹਾਡੀ ਰਿਫਿਊਜ਼ਲ ਆਊਗੀ ਬੈਕਗਰਾਊਂਡ ਚੈੱਕ ਤੋਂ ਬਾਅਦ, ਜਾਂ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾ ਸਕਦਾ। ਸੋ ਜਿਹੜੇ ਵੀ ਵੀਰਾਂ ਦੀ ਫਾਈਲ ਜਿਹੜੀ ਹੈਗੀ ਆ ਬੈਕਗਰਾਊਂਡ ਚੈੱਕ ਵਾਸਤੇ ਪਈ ਹੋਈ ਆ, ਔਰ ਲੰਮਾ ਸਮਾਂ ਦੇਖੋ ਬੈਕਗਰਾਊਂਡ ਚੈੱਕ 'ਤੇ ਸਮਾਂ ਤਾਂ ਲੱਗਦਾ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਚੈੱਕ ਕਰਨ ਵਾਲੀ। ਅੱਜ ਦੇ ਸਮੇਂ ਦੇ ਵਿੱਚ ਬੈਕਗਰਾਊਂਡ ਚੈੱਕ 'ਤੇ ਸਮਾਂ ਸਿਰਫ ਇਸ ਲਈ ਲੱਗ ਰਿਹਾ ਕਿਉਂਕਿ ਐਮਬੈਸੀਜ਼ ਜਿਹੜੀਆਂ ਹੈਗੀਆਂ ਉਹ ਲਿਮਿਟਡ ਸਟਾਫ ਦੇ ਨਾਲ ਵਰਕ ਕਰ ਰਹੀਆਂ ਹੈਗੀਆਂ। ਸੋ ਜਿਹਦੀ ਫਾਈਲ ਬੈਕਗਰਾਊਂਡ ਚੈੱਕ 'ਚ ਪਹੁੰਚ ਚੁੱਕੀ ਆ, ਫਾਈਲ ਰਿਵਿਊ ਦੇ ਵਿੱਚ ਆ, ਸੋ ਆਪਣਾ ਵੇਟ ਕਰ ਲਓ। ਕੱਲ੍ਹ ਇੱਕ ਵੀਰ ਨੇ ਇਹ ਗੱਲ ਪੁੱਛੀ ਸੀ ਕਿ ਭਾਜੀ ਕਿ ਮੇਰੀ ਫਾਈਲ ਜਿਹੜੀ ਹੈਗੀ ਆ ਹੁਣ ਰਿਵਿਊ 'ਚ ਪਹੁੰਚੀ ਆ ਇੰਨੇ ਸਮੇਂ ਦੇ ਬਾਅਦ, ਤੇ ਲੋਕਾਂ ਦੀਆਂ ਫਾਈਲਾਂ ਇੰਨਾ ਟਾਈਮ ਹੋ ਗਿਆ ਰਿਵਿਊ 'ਚ ਪਈਆਂ ਨੂੰ, ਮੇਰੀ ਵੀ ਇੰਨਾ ਟਾਈਮ ਪਊਗੀ ਤੇ ਮੈਂ ਆਪਦੀ ਫਾਈਲ ਵਿਡਰਾ ਕਰਵਾ ਕੇ ਦੁਬਾਰਾ ਨਾ ਲਾ ਦਿਆਂ। ਸੋ ਇਹੋ ਜਿਹੀ ਗਲਤੀ ਨਾ ਕਰਿਆ ਕਰੋ। ਕਿਉਂਕਿ ਦੇਖੋ ਸਭ ਤੋਂ ਵੱਡੀ ਗੱਲ ਆ, ਇੱਕ ਤਾਂ ਤੁਸੀਂ ਪਹਿਲਾਂ ਆਪਣਾ ਪੈਸਾ ਦਿੱਤਾ ਹੋਇਆ ਫਾਈਲ ਲਗਵਾਉਣ ਵਾਸਤੇ, ਆਪਣੇ ਰਿਪਰੈਜ਼ੈਂਟੇਟਿਵ ਨੂੰ ਪੈਸਾ ਦਿੰਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਵਿਡਰਾ ਕਰਾਉਣਾ, ਨਵੀਂ ਲਾਉਣੀ ਹੋ, ਤੁਹਾਨੂੰ ਕੀ ਪਤਾ ਯਾਰ ਅੱਗੇ ਦਾ ਸਮਾਂ ਕਿਹੋ ਜਿਹਾ ਆਉਣ ਵਾਲਾ। ਇੱਕ ਆਪਾਂ ਛੋਟੀ ਜਿਹੀ ਗੱਲ ਕਰਕੇ ਦੇਖ ਲਈਏ, ਸਤੰਬਰ ਇਨਟੇਕ ਦੀ ਵਜ੍ਹਾ ਕਰਕੇ ਸਭ ਨੂੰ ਇਸ ਚੀਜ਼ ਦਾ ਪਤਾ ਕਿ ਫਾਈਲ ਜਿਹੜੀਆਂ ਹੈਗੀਆਂ ਸਟਕ ਹੋਈਆਂ, ਰਿਜ਼ਲਟਸ ਜਿਹੜੇ ਹੈਗੇ ਸਲੋ ਆ ਰਹੇ ਆ। ਬਟ ਉਸ ਤੋਂ ਅੱਗੇ ਝਾਤ ਮਾਰ ਕੇ ਦੇਖੋ, ਉਸ ਤੋਂ ਅੱਗੇ ਤੁਸੀਂ ਕਹਿੰਦੇ ਹੁੰਦਾ ਨਾ ਕਿ ਅੱਗਾ ਵੇਖ ਕੇ ਚਲਾਉਣਾ ਚਾਹੀਦਾ ਬੰਦੇ ਨੂੰ, ਫਿਰ ਰਾਹ ਸਿੱਧੇ ਨਜ਼ਰ ਆਉਂਦੇ ਆ। ਉਹ ਤੁਸੀਂ ਦੇਖ ਕੇ ਚੱਲੋ ਅੱਗੇ ਜਨ ਇਨਟੇਕ ਵੀ ਤਾਂ ਖੜਾ ਹੈ ਨਾ, ਜਨਰਲ ਇਨਟੇਕ ਵੀ ਖੜਾ ਹੈ, ਤੇ ਇਹਦਾ ਮਤਲਬ ਸਪਾਊਸ ਆਪਾਂ ਵਰਕ ਦੀਆਂ ਫਾਈਲਾਂ ਦੇ ਜਿਹੜੇ ਰਿਜ਼ਲਟ ਹੈਗੇ ਅਗਰ ਆਪਾਂ ਇਹਦੀ ਕੜੀ ਜੋੜ ਕੇ ਦੇਖਦੇ ਹਾਂ ਤਾਂ ਸਿਰਫ 2 ਮੰਥ ਆ, ਸਤੰਬਰ ਔਰ ਅਕਤੂਬਰ। ਇਹਦੇ ਵਿੱਚ ਜੇ ਬੈਕਲੌਗ ਨਿਕਲ ਜੇ ਤਾਂ ਬਹੁਤ ਅੱਛੀ ਗੱਲ ਆ। ਔਰ ਤੁਸੀਂ ਲੱਗੀ ਲਗਾਈ ਫਾਈਲ ਨੂੰ ਵਿਡਰਾ ਕਰਦੇ ਹੋ, ਦੈਟ ਮੀਨਸ ਉਹ ਤੁਹਾਡੀ ਫਰੈਸ਼ ਐਪਲੀਕੇਸ਼ਨ ਗਿਣੀ ਜਾਣੀ ਆ, ਤੇ ਹੋ ਸਕਦਾ ਤੁਹਾਡੀ ਉਦੋਂ ਮੁੜ ਕੇ ਅਗਲੇ ਸਾਲ ਦੇ ਮਾਰਚ ਅਪ੍ਰੈਲ ਤੱਕ ਚਲੀ ਜਾਵੇ, ਫਿਰ ਵੀ ਤਾਂ ਵੇਟ ਕਰੋਗੇ ਨਾ। ਸੋ ਰੈਦਰ ਦੈਨ ਵਿਡਰਾਇੰਗ ਯੂਰ ਐਪਲੀਕੇਸ਼ਨ ਯੂ ਸ਼ੁੱਡ ਵੇਟ, ਕਿ ਤੁਹਾਨੂੰ ਉਸ ਜਗ੍ਹਾ 'ਤੇ ਵੇਟ ਕਰ ਲੈਣੀ ਚਾਹੀਦੀ। ਇੱਥੇ ਇੰਨਾ ਲੰਮਾ ਸਮਾਂ ਤੁਸੀਂ 4 ਮਹੀਨੇ 5 ਮਹੀਨੇ ਵੇਟ ਕੀਤਾ, ਕਿਸੇ ਨੇ ਸਾਲ ਤੋਂ ਵੇਟ ਕਰ ਰਿਹਾ ਵੀਰ ਹੈ ਨਾ, ਉਹ ਵੀ ਕੋਵਿਡ ਕਰਕੇ ਸੀਗੀ, ਇੰਨੀ ਵੇਟ ਤਾਂ ਕਦੇ ਮੈਸੇਜ ਨੇ ਕਰਵਾਉਣੀ ਨਹੀਂ ਹੁੰਦੀ, ਤੇ ਵੇਟ ਕਰ ਰਹੇ ਹੋ। ਸੋ ਹੁਣ ਵੀ ਤੁਸੀਂ ਜਿਹੜਾ ਹੈਗਾ ਥੋੜ੍ਹਾ ਟਾਈਮ ਆਪਣਾ ਜਿਹੜਾ ਹੈਗਾ ਉਹ ਵੇਟ ਕਰ ਲਓ। ਤੇ ਤੁਸੀਂ ਆਪਣੀ ਸਪਾਊਸ ਓਪਨ ਅਪਾਰਟਮੈਂਟ ਦੀ ਫਾਈਲ ਲਗਵਾਉਣਾ ਚਾਹੁੰਦੇ ਹੋ ਜੀ, ਠੀਕ ਹੈ, ਕਿਉਂਕਿ ਬਹੁਤ ਸਾਰੇ ਵੀਰ ਇਹ ਗੱਲ ਪੁੱਛ ਲੈਂਦੇ ਆ ਕਿ ਭਾਜੀ ਕਿ ਤੁਸੀਂ ਫਾਈਲ ਲਗਾਉਣੇ ਵੀ ਹੈਗੇ ਹੋ ਕਿ ਲਾਈਕ ਤੁਸੀਂ ਉੱਦਾਂ ਹੀ। ਆਪਣੀ ਪ੍ਰੋਪਰ ਕੰਸਲਟੈਂਸੀ ਹੈ ਜੀ, ਲਾਇਸੈਂਸ ਹੋਲਡਰ ਗਵਰਨਮੈਂਟ ਅਪਰੂਵਡ, ਗਵਰਨਮੈਂਟ ਆਫ ਪੰਜਾਬ ਤੋਂ ਜਿਹੜਾ ਹੈਗਾ ਅਪਰੂਵਡ ਲਾਇਸੈਂਸ ਹੈ। ਕੋਈ ਇੱਦਾਂ ਨਹੀਂ ਹੈਗਾ ਕਿ ਵੈਸੇ ਯੂਟਿਊਬਰ ਵਾਂਗੂ ਐਵੇਂ ਬੈਠੇ ਆ ਕਿ ਹਾਂਜੀ ਮੇਰੀ ਫਾਈਲ ਲੱਗ ਗਈ ਸੀ, ਆਪਾਂ ਕਿਸੇ ਨਾਲ ਟਾਈ ਅਪ ਕੀਤਾ ਹੋਇਆ ਤੇ ਮੈਂ ਬਸ ਤੁਹਾਨੂੰ ਕੰਸਲਟ ਕਰੀ ਜਾਣਾ, ਤੁਸੀਂ ਉੱਥੇ ਜਾ ਕੇ ਫਾਈਲਾਂ ਲਵਾਈ ਚਲੋ, ਇੱਦਾਂ ਦਾ ਕੁਛ ਨਹੀਂ ਹੈ। ਪ੍ਰੋਪਰ ਗਵਰਨਮੈਂਟ ਅਪਰੂਵਡ ਕੰਸਲਟੈਂਸੀ ਹੈ ਜੀ, ਗਵਰਨਮੈਂਟ ਆਫ ਪੰਜਾਬ ਤੋਂ ਲਾਇਸੈਂਸਡ ਕੰਸਲਟੈਂਸੀ ਹੈ। ਵੀਡੀਓ ਦੇ ਉੱਪਰ ਆਪਣਾ ਲਾਇਸੈਂਸ ਨੰਬਰ ਵੀ ਮੈਂਸ਼ਨ ਕੀਤਾ ਹੁੰਦਾ। ਸੋ ਤੁਸੀਂ ਆਪਣੀ ਸਪਾਊਸ ਓਪਨ ਅਪਾਰਟਮੈਂਟ ਦੀ ਫਾਈਲ ਐਕਸੈਸ ਕਰਵਾਉਣਾ ਚਾਹੁੰਦੇ ਹੋ, ਲੌਂਚ ਕਰਵਾਉਣਾ ਚਾਹੁੰਦੇ ਹੋ, ਕੈਨੇਡਾ ਸਟੱਡੀ ਵੀਜ਼ਾ ਦੀ ਫਾਈਲ ਲਗਵਾਉਣਾ ਚਾਹੁੰਦੇ ਹੋ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਕੀ ਆ ਤੁਹਾਨੂੰ ਕੋਰਸ ਚੂਜ਼ ਕਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ, ਤੁਹਾਨੂੰ ਕਾਲਜ ਚੂਜ਼ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਆਪਣੀ ਫਾਈਲ ਲਗਾ ਵੀ ਸਕਦਾ ਜਾਂ ਨਹੀਂ ਲਗਾ ਸਕਦਾ। ਨਾਲ ਦੀ ਨਾਲ ਬਹੁਤ ਸਾਰੇ ਵੀਰ ਜਿਨ੍ਹਾਂ ਦੀ ਸਟੱਡੀ ਬਹੁਤ ਅੱਛੀ ਹੈ ਇੰਡੀਆ ਦੇ ਵਿੱਚ, ਉਹਦਾ ਐਕਸਪੀਰੀਅੰਸ ਹੈਗਾ, ਉਹ ਆਪਣੀ PR ਵਾਸਤੇ ਪ੍ਰੋਸੀਡ ਕਰਨਾ ਚਾਹੁੰਦੇ ਆ, ਤਾਂ ਤੁਸੀਂ ਆਪਣੀ PR ਦੀ ਐਲੀਜੀਬਿਲਿਟੀ ਚੈੱਕ ਕਰਵਾਉਣਾ ਚਾਹੁੰਦੇ ਹੋ। ਸੋ ਕਹਿਣ ਦਾ ਭਾਵ ਤੁਸੀਂ ਕੈਨੇਡਾ ਦੇ ਰਿਗਾਰਡਿੰਗ, ਇਮੀਗ੍ਰੇਸ਼ਨ ਦੇ ਰਿਗਾਰਡਿੰਗ, ਜਾਂ ਤੁਸੀਂ ਆਪਣੇ ਸਟੱਡੀ ਵੀਜ਼ਾ, ਸਪਾਊਸ ਓਪਨ ਅਪਾਰਟਮੈਂਟ, PR ਦੇ ਰਿਗਾਰਡਿੰਗ, ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਸਾਡੇ ਹੈੱਡ ਆਫਿਸ ਗਲੋਬਲ SS ਵੀਜ਼ਾ ਐਂਡ ਇਮੀਗ੍ਰੇਸ਼ਨ ਨੇੜੇ ਕੋਟਕਪੂਰਾ ਐਂਡ ਡੇਨਗਾ ਸਰਵਿਸ, ਜੱਤ ਰੋਡ, ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਆ ਕੇ ਮਿਲ ਸਕਦੇ ਹੋ ਜੀ।
ਸਾਡਾ ਕੰਟੈਕਟ ਨੰਬਰ ਹੈ ਜੀ, ਤੇ ਤੁਸੀਂ ਆਉਣ ਤੋਂ ਪਹਿਲਾਂ ਪਲੀਜ਼ ਇੱਕ ਵਾਰ ਕਾਲ ਕਰ ਲਿਆ ਕਰੋ, ਜੋ ਹੈ 7707850037 7708850037। ਬਹੁਤ ਸਾਰੇ ਵੀਰ ਆ ਜਿਹੜੇ ਵੀਡੀਓ ਤੋਂ ਕਾਲ ਕਰਦੇ ਆ। ਮੇਰੀ ਇਸ ਚੀਜ਼ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰਿਆਂ ਦੇ ਨਾਲ ਗੱਲ ਕਰਾਂ, ਕਿਉਂਕਿ ਦੇਖੋ ਸਭ ਨੇ ਗੱਲ ਕਰਨੀ ਹੁੰਦੀ ਹੈ ਨਾ, ਬਟ ਕਈ ਵਾਰ ਕਿਸੇ ਕਲਾਇੰਟ ਨਾਲ ਬਿਜ਼ੀ ਹੁੰਦੇ ਆ ਜੀ, ਕਈ ਸੋ ਆਪਦਾ ਕਿਤੇ ਨਾ ਕਿਤੇ ਬਿਜ਼ੀ ਸਕੈਜੂਲ ਚੱਲ ਰਿਹਾ ਹੁੰਦਾ ਤੇ ਗੱਲ ਨਹੀਂ ਹੋ ਪਾਉਂਦੀ, ਉਹਦੇ ਵਾਸਤੇ ਮੈਂ ਮਾफ़ੀ ਚਾਹੁੰਦਾ ਕਿ। ਔਰ ਉਸ ਤੋਂ ਬਾਅਦ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਈਵਨਿੰਗ ਦੇ ਵਿੱਚ ਜਾਂ ਮਾਰਨਿੰਗ ਦੇ ਵਿੱਚ ਮੈਂ ਚਲੋ ਆਪਣੇ ਆਫਿਸ ਆਵਰ ਦੇ ਵਿੱਚ ਤੋਂ ਬਿਨਾਂ ਜਿਨ੍ਹਾਂ ਦੇ ਵੀ YouTube ਦੇ ਉੱਪਰ ਕਮੈਂਟਸ ਹੁੰਦੇ ਆ, ਮੈਂ ਉਹਨਾਂ ਦਾ ਰਿਪਲਾਈ ਦੇ ਕੇ ਉੱਥੇ ਹੀ ਉਹਨਾਂ ਦੀ ਕੁਐਰੀ ਕਲੀਅਰ ਕਰਾਂ। ਸੋ ਜਿਹੜੇ ਵੀ ਵੀਰ ਚੈਨਲ ਨੂੰ ਦੇਖਦੇ ਨੇ, ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਤਾਂ ਹੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਸਾਰੀ ਜਿਹੜੀ ਹੈਗੀ ਆ ਰੈਗੂਲਰ ਮਿਲਦੀ ਰਹੇ। ਔਰ ਤੁਹਾਡੀ ਕੋਈ ਵੀ ਕੁਐਰੀ ਹੁੰਦੀ ਆ ਉਹਨੂੰ ਜਿਸ ਤਰ੍ਹਾਂ ਬਹੁਤ ਸਾਰੇ ਵੀਰ ਆ ਜਿਹੜੇ ਕਮੈਂਟ ਦੇ ਵਿੱਚ ਪੁੱਛਦੇ ਨੇ, ਤੁਸੀਂ ਵੀ ਡੈਫੀਨੇਟਲੀ ਆਪਣੀ ਕੁਐਰੀ ਜਿਹੜੀ ਪੁੱਛ ਸਕਦੇ ਹੋ। ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਜੀ ਕਿ ਉੱਥੇ ਹੀ ਤੁਹਾਡੀ ਜਿਹੜੀ ਕੁਐਰੀ ਹੈਗੀ ਕਲੀਅਰ ਕਰ ਦਿੱਤੀ ਜਾਵੇ। ਸੋ ਫਿਰ ਵੀ ਅਗਰ ਕਿਸੇ ਦੀ ਕੁਐਰੀ ਕਲੀਅਰ ਨਹੀਂ ਹੁੰਦੀ ਤਾਂ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ ਜੀ ਕਿ ਉਹ ਕੀਤੀ ਜਾਵੇ, ਠੀਕ ਹੈ ਜੀ। ਨਹੀਂ ਹੁੰਦੀ ਤਾਂ ਉਹਦੇ ਵਾਸਤੇ ਆਪਾਂ ਮਾफ़ੀ ਚਾਹੁੰਦੇ ਹਾਂ। ਤੇ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਹੜੇ ਰਿਜ਼ਲਟਸ ਹੈਗੇ ਆ ਪੂਰੀ ਉਮੀਦ ਹੈ ਜੀ ਕਿ ਸਤੰਬਰ ਦੇ ਫਸਟ ਵੀਕ ਤੱਕ ਜਿਹੜੇ ਹੈਗੇ ਆ, ਇਨ ਦੀ ਐਂਡ ਆਫ ਅਗਸਤ ਜਿਹੜੇ ਹੈਗੇ ਉਹ ਸਟਾਰਟ ਹੋ ਜਾਣਗੇ। ਔਰ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਆਪਣੀ ਨਹੀਂ ਸਾਰਿਆਂ ਦੀ ਅਰਦਾਸ ਕਰਿਆ ਕਰੋ ਕਿ ਜਿਹੜੇ ਵੀ ਆਪਦੇ ਸਪਾਊਸ ਤੋਂ ਦੂਰ ਬੈਠੇ ਆ, ਕਿਸੇ ਨੂੰ ਸਾਲ ਹੋ ਗਿਆ, 2 ਸਾਲ ਹੋ ਗਿਆ, 3 ਸਾਲ ਹੋ ਗਏ ਵਿਆਹ ਨੂੰ, ਕੋਈ ਇੰਨਾ ਟਾਈਮ ਹੋ ਗਿਆ ਬੈਠੇ ਨੂੰ, ਸੋ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਮਿਲਣ ਜਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ। ਔਰ ਜਿਹੜਾ ਹੈਗਾ ਸਾਰਿਆਂ ਦੀ ਸੁੱਖ ਜਿਹੜੀ ਹੈਗੀ ਆ ਮੰਗਿਆ ਕਰੋ। ਧੰਨਵਾਦ।